सत श्री अकाल जी सारिਆਂ ਨੂੰ। ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਬਹੁਤ-ਬਹੁਤ ਵੈਲਕਮ ਸਵਾਗਤ ਕਰਦੇ ਹਾਂ ਜੀ। ਤੇ ਉਹਨਾਂ ਸਭ ਦਾ ਬਹੁਤ-ਬਹੁਤ ਥੈਂਕਸ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਜੀ। ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਰੋਜ਼ ਖਬਰਾਂ ਸੁਣਨ ਦੇ ਵਾਸਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ। ਤੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰੋ। ਸ਼ੁਰੂ ਕਰਦੇ ਹਾਂ ਜੀ ਨਿਊਜ਼। ਤਾਂ ਸਭ ਤੋਂ ਪਹਿਲੀ ਨਿਊਜ਼ ਜਿਸ ਤਰ੍ਹਾਂ ਇੱਧਰ ਯੂਰਪ ਦੀਆਂ ਕੰਟਰੀਜ਼ ਦੇ ਵਿੱਚ ਜਿਹੜੀ ਆਉਂਦੀ ਹੈ ਜੀ ਗੈਸ ਦੀ ਸਪਲਾਈ, ਉਸ ਦੇ ਬਾਰੇ ਕਾफ़ी ਦਿਨਾਂ ਤੋਂ ਡਿਸਕਸ਼ਨ ਚੱਲਦੀ ਪਈ ਹੈ ਜੀ ਕਿ ਰਸ਼ੀਆ ਤੋਂ ਜਿਹੜੀ ਇਹ ਸਪਲਾਈ ਆਉਂਦੀ ਹੈ ਜੀ ਗੈਸ ਅਤੇ ਆਇਲ ਦੀ, ਉਹਨੂੰ ਬੰਦ ਕੀਤਾ ਜਾਵੇ ਜਾਂ ਇਸ ਤਰ੍ਹਾਂ ਜਾਂ ਇਸ ਦੇ ਬਾਰੇ ਕਿਸ ਤਰ੍ਹਾਂ ਅੱਗੇ ਫੈਸਲੇ ਲਏ ਜਾਣ। ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਇੱਕ ਯੂਰਪ ਦੀ ਕੰਟਰੀ ਜਿਹੜੀ ਹੈ ਜੀ ਲਿਥੁਆਨੀਆ ਕਰਕੇ ਕੰਟਰੀ ਹੈ, ਇਸ ਦੇ ਵੱਲੋਂ ਜਿਹੜੀ ਗੈਸ ਦੀ ਸਪਲਾਈ ਹੈ ਜੀ ਉਹਨੂੰ ਬੰਦ ਕਰ ਦਿੱਤਾ ਗਿਆ ਹੈ ਰਸ਼ੀਆ ਦੇ ਵੱਲੋਂ। ਅਤੇ ਇਸ ਦੇ ਜਿਹੜੇ ਇਸ ਕੰਟਰੀ ਦੇ ਪ੍ਰੈਜ਼ੀਡੈਂਟ ਨੇ ਜੀ ਉਹਨਾਂ ਦੇ ਵੱਲੋਂ ਬਾਕੀ ਕੰਟਰੀਜ਼ ਨੂੰ ਵੀ ਸਲਾਹ ਦਿੱਤੀ ਜਾ ਰਹੀ ਹੈ ਕਿ ਯੂਰਪ ਦੀਆਂ ਜਿੰਨੀਆਂ ਵੀ ਹੋਰ ਕੰਟਰੀਜ਼ ਨੇ ਉਹ ਗੈਸ ਦੀ ਸਪਲਾਈ ਨੂੰ ਜਲਦੀ ਤੋਂ ਜਲਦੀ ਬੰਦ ਕਰ ਦੇਣ ਰਸ਼ੀਆ ਤੋਂ, ਤਾਂ ਕਿ ਰਸ਼ੀਆ ਦੇ ਉੱਤੇ ਫਾਈਨੈਂਸ਼ੀਅਲ ਪ੍ਰੈਸ਼ਰ ਬਣਾਇਆ ਜਾਵੇ। ਕਿਉਂਕਿ ਇਸ ਕੰਟਰੀ ਦੇ ਜਿਹੜੇ ਹੈਗੇ ਨੇ ਜੀ ਪ੍ਰੈਜ਼ੀਡੈਂਟ, ਉਹਨਾਂ ਦੇ ਵੱਲੋਂ ਬਿਆਨ ਕੀਤਾ ਜਾ ਰਿਹਾ ਹੈ ਕਿ ਜਿੰਨੀ ਵੀ ਆਮਦਨ ਹੋ ਰਹੀ ਹੈ ਜੀ ਯੂਰਪ ਦੀਆਂ ਕੰਟਰੀਜ਼ ਤੋਂ ਜਾਂ ਹੋਰ ਜਿੰਨੀਆਂ ਵੀ ਕੰਟਰੀਜ਼ ਨੂੰ ਗੈਸ ਦੀ ਸਪਲਾਈ ਹੁੰਦੀ ਹੈ ਜੀ ਰਸ਼ੀਆ ਦੇ ਵੱਲੋਂ, ਉਹ ਜਿੰਨੀ ਵੀ ਇਨਕਮ ਹੁੰਦੀ ਹੈ ਜੀ ਉਹਨਾਂ ਨੂੰ ਰਸ਼ੀਆ ਨੂੰ ਉਹ ਸਾਰਾ ਜਿਹੜਾ ਪੈਸਾ ਹੈ ਉਹ ਯੂਕਰੇਨ ਦੇ ਵਿੱਚ ਜਿਹੜੀ ਤਬਾਹੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਯੂਜ਼ ਕੀਤਾ ਜਾ ਰਿਹਾ ਹੈ। ਸੋ ਇਸ ਤਰ੍ਹਾਂ ਜਿਹੜੇ ਇਹ ਪ੍ਰੈਜ਼ੀਡੈਂਟ ਨੇ ਜੀ ਲਿਥੁਆਨੀਆ ਕੰਟਰੀ ਦੇ, ਉਹਨਾਂ ਦੇ ਵੱਲੋਂ ਬਾਕੀ ਯੂਰਪ ਦੀਆਂ ਕੰਟਰੀਜ਼ ਦੇ ਉੱਤੇ ਵੀ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਕਿ ਗੈਸ ਦੀ ਸਪਲਾਈ ਨੂੰ ਬੰਦ ਕੀਤਾ ਜਾਵੇ। ਹਾਲਾਂਕਿ ਬਾਕੀ ਯੂਰਪ ਦੀਆਂ ਕੰਟਰੀਜ਼ ਦੇ ਜਿਹੜੇ ਹਾਇਰ ਲੈਵਲ ਦੇ ਮਿਨਿਸਟਰ ਨੇ ਉਹ ਫਿਲਹਾਲ ਡਿਸਕਸ਼ਨ ਹੀ ਕਰ ਰਹੇ ਨੇ, ਕਿਉਂਕਿ ਇੱਕਦਮ ਜਿਹੜੇ ਸਟਾਕਸ ਜਿਹੜੇ ਆ ਜੀ ਯੂਰਪ ਦੀਆਂ ਕੰਟਰੀਜ਼ ਦੇ ਕੋਲ ਇੰਨੇ ਜ਼ਿਆਦਾ ਗੈਸ ਦੇ ਨਹੀਂ ਹੈਗੇ ਜਿਸ ਨੂੰ ਕਿ ਯੂਜ਼ ਕੀਤਾ ਜਾ ਸਕੇ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ। ਪਰ ਇਹ ਜਿਹੜੀ ਕੰਟਰੀ ਹੈ ਜੀ ਲਿਥੁਆਨੀਆ, ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਜੀ ਇਹਨਾਂ ਦੇ ਵੱਲੋਂ ਬਿਆਨ ਕੀਤਾ ਜਾ ਰਿਹਾ ਹੈ ਕਿ ਸਰਦੀਆਂ ਤੱਕ ਇਹਨਾਂ ਦੇ ਕੋਲ ਹੈਗਾ ਹੈ ਜੀ ਸਟਾਕ ਗੈਸ ਦਾ, ਇਸ ਲਈ ਇਹਨਾਂ ਨੇ ਗੈਸ ਦੀ ਸਪਲਾਈ ਕਰ ਦਿੱਤੀ ਹੈ ਜੀ ਬੰਦ ਰਸ਼ੀਆ ਤੋਂ। ਅਤੇ ਉਸ ਤੋਂ ਬਾਅਦ ਇਹਨਾਂ ਨੇ ਬਿਆਨ ਕੀਤਾ ਹੈ ਕਿ ਇਹ ਆਪਣੀ ਹੀ ਕੰਟਰੀ ਦੇ ਵਿੱਚ ਹੋਰ LNG ਜਿਹੜੇ ਟਰਮੀਨਲਸ ਆ ਜੀ ਲਗਾਉਣਗੇ ਅਤੇ ਗੈਸ ਨੂੰ ਜਿਹੜਾ ਆਪਣੇ ਹੀ ਕੰਟਰੀ ਦੇ ਵਿੱਚ ਜਿਹੜੀ ਹੈ ਜੀ ਉਹਦੀ ਜਨਰੇਸ਼ਨ ਕੀਤੀ ਜਾਏਗੀ। ਇਸ ਤਰ੍ਹਾਂ ਇਸ ਕੰਟਰੀ ਦੇ ਵੱਲੋਂ ਜਿਹੜੀ ਗੈਸ ਦੀ ਸਪਲਾਈ ਹੈ ਜੀ ਉਹ ਰਸ਼ੀਆ ਤੋਂ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਹੋਰ ਕੰਟਰੀਜ਼ ਜਿਸ ਤਰ੍ਹਾਂ ਜਰਮਨ ਆ ਜੀ, ਉਹਨਾਂ ਦੇ ਉਸ ਕੰਟਰੀ ਦੇ ਵੱਲੋਂ ਬਿਆਨ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਜਰਮਨੀ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈਗਾ ਹੈ ਜੀ ਰਸ਼ੀਅਨ ਗੈਸ ਦੇ ਉੱਤੇ। ਸੋ ਇਹਨਾਂ ਦੇ ਵੱਲੋਂ ਬਿਆਨ ਕੀਤਾ ਗਿਆ ਹੈ ਜਰਮਨੀ ਦੇ ਵੱਲੋਂ ਕਿ ਮਿਡ 2024 ਤੱਕ ਉਹ ਜਿੰਨੀ ਵੀ ਗੈਸ ਦੀ ਸਪਲਾਈ ਆਉਂਦੀ ਹੈ ਜੀ ਜਰਮਨੀ ਦੇ ਵਿੱਚ ਰਸ਼ੀਆ ਤੋਂ ਉਹਨੂੰ ਬੰਦ ਕਰ ਦੇਣਗੇ। ਅਤੇ ਜਿਹੜੀ ਆਇਲ ਦੀ ਸਪਲਾਈ ਆਉਂਦੀ ਹੈ, ਤੇਲ ਦੀ ਸਪਲਾਈ ਆਉਂਦੀ ਹੈ ਜੀ ਜਰਮਨੀ ਦੇ ਵਿੱਚ, ਉਹਨੂੰ ਇਸ ਸਾਲ ਦੇ ਐਂਡ ਤੱਕ ਖ਼ਤਮ ਕਰ ਦਿੱਤਾ ਜਾਏਗਾ। ਇਸ ਤਰ੍ਹਾਂ ਜਿੰਨੀਆਂ ਵੀ ਯੂਰਪ ਦੀਆਂ ਕੰਟਰੀਜ਼ ਨੇ ਉਹ ਪਹਿਲਾਂ ਅਲਟਰਨੇਟ ਲੱਭਦੀਆਂ ਜਾ ਰਹੀਆਂ ਨੇ ਕਿ ਉਹ ਕਿੱਥੋਂ ਆਪਣੀ ਜਿਹੜੀ ਹੈਗੀ ਹੈ ਜੀ ਲੋੜ ਉਹਨੂੰ ਪੂਰੀ ਕਰਨਗੀਆਂ। ਅਤੇ ਉਸ ਤੋਂ ਬਾਅਦ ਹੌਲੀ ਹੌਲੀ ਸਾਰੀਆਂ ਹੀ ਕੰਟਰੀਜ਼ ਜਿਹੜੀਆਂ ਨੇ ਉਹ ਰਸ਼ੀਆ ਤੋਂ ਜਿਹੜੀ ਸਪਲਾਈ ਆਉਂਦੀ ਹੈ ਜੀ ਗੈਸ ਦੀ ਜਾਂ ਆਇਲ ਦੀ, ਉਹਨੂੰ ਬੰਦ ਕਰ ਸਕਦੀਆਂ ਨੇ। ਇਸ ਤੋਂ ਨੈਕਸਟ ਦੇਖਦੇ ਹਾਂ ਜੀ ਨੰਬਰ ਆਫ ਕੇਸਿਸ ਇਟਲੀ ਦੇ ਵਿੱਚ ਕਿੰਨੇ ਐਡ ਹੋਏ ਨੇ ਮਹਾਮਾਰੀ ਦੇ ਕਰਕੇ ਪਿਛਲੇ 24 ਘੰਟਿਆਂ ਦੇ ਦੌਰਾਨ। ਤਾਂ ਉਹਨਾਂ ਦੀ ਗਿਣਤੀ ਰਹੀ ਹੈ ਜੀ 30,630 ਦੇ ਕਰੀਬ ਨਵੇਂ ਕੇਸ ਐਡ ਹੋਏ ਨੇ। 125 ਲੋਕਾਂ ਦੀ ਜਾਨ ਗਈ ਹੈ ਜੀ ਪਿਛਲੇ 24 ਘੰਟਿਆਂ ਦੌਰਾਨ ਮਹਾਮਾਰੀ ਦੇ ਕਰਕੇ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਵੀ ਕੰਟਰੀ ਦੇ ਵਿੱਚ ਜਿਹੜੇ ਪੋਜ਼ੀਟਿਵ ਕੇਸ ਚੱਲਦੇ ਪਏ ਨੇ ਜੀ ਮਹਾਮਾਰੀ ਦੇ ਕਰਕੇ, ਉਹਨਾਂ ਦੀ ਗਿਣਤੀ ਹੈਗੀ ਹੈ ਜੀ 12,74,305 ਦੇ ਕਰੀਬ ਪੋਜ਼ੀਟਿਵ ਕੇਸ ਚੱਲਦੇ ਪਏ ਨੇ ਜੀ ਇੱਥੇ ਇਟਲੀ ਦੇ ਵਿੱਚ। ਅਤੇ ਹੁਣ ਤੱਕ ਜਦੋਂ ਦੀ ਇਹ ਮਹਾਮਾਰੀ ਸ਼ੁਰੂ ਹੋਈ ਹੈ ਜੀ ਮੌਤਾਂ ਹੋ ਚੁੱਕੀਆਂ ਨੇ ਲਗਭਗ ਲੋਕਾਂ ਦੀਆਂ 1,59,900 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਮਿਲਾਨ ਦੇ ਵਿੱਚ ਇੱਕ ਸਟੱਡੀ ਕੀਤੀ ਗਈ ਹੈ ਜੀ ਕਿ ਜਿਹੜਾ ਗੰਦਾ ਪਾਣੀ ਹੈ ਜੀ ਵੇਸਟ ਵਾਟਰ ਆ, ਉਹਦੇ ਵਿੱਚ ਫਿਲਹਾਲ ਵੀ ਜਿਹੜੇ ਅੰਸ਼ ਆ ਇਸ ਮਹਾਮਾਰੀ ਦੇ ਕਰੋਨਾ ਵਾਇਰਸ ਦੇ ਕਾਫੀ ਪਾਏ ਗਏ ਨੇ। ਅਤੇ ਜਿਹੜਾ ਲੈਵਲ ਆ ਉਹ ਸੇਮ ਚੱਲਦਾ ਪਿਆ ਹੈ ਜਿਹੜਾ ਚੱਲਦਾ ਪਿਆ ਸੀਗਾ 2020 ਦੇ ਵਿੱਚ। ਸੋ ਜਿਹੜੇ ਇਸ ਸਭ ਦਾ ਕਰਦੇ ਨੇ ਜੀ ਕੰਮਕਾਰ ਸਟੱਡੀ ਕਰਦੇ ਨੇ, ਉਹਨਾਂ ਦੇ ਵੱਲੋਂ ਬਿਆਨ ਕੀਤਾ ਜਾ ਰਿਹਾ ਹੈ ਕਿ ਫਿਲਹਾਲ ਵੀ ਜਿਹੜਾ ਵਾਇਰਸ ਹੈ ਜੀ ਉਹ ਕੰਟਰੀ ਦੇ ਵਿੱਚ ਉਸੇ ਤਰ੍ਹਾਂ ਹੀ ਸਰਕੂਲੇਟ ਕਰ ਰਿਹਾ ਹੈ। ਪਰ ਜਿਸ ਤਰ੍ਹਾਂ ਕਿ ਹੁਣ ਵੈਕਸੀਨ ਲੱਗ ਚੁੱਕੀ ਹੈ ਜੀ ਲੋਕਾਂ ਦੇ ਉੱਤੇ, ਜਿਸ ਦੇ ਕਰਕੇ ਜਿਹੜੀਆਂ ਮੌਤਾਂ ਆ ਉਹ ਮਹਾਮਾਰੀ ਦੇ ਕਰਕੇ ਜ਼ਰੂਰ ਘੱਟ ਹੋ ਰਹੀਆਂ ਨੇ ਪਹਿਲਾਂ ਦੇ ਨਾਲੋਂ 2020 ਦੇ ਨਾਲੋਂ ਇੱਥੇ ਇਟਲੀ ਦੇ ਵਿੱਚ। ਪਰ ਜਿਹੜੇ ਅੰਸ਼ ਨੇ ਇਸ ਕਰੋਨਾ ਵਾਇਰਸ ਦੇ ਉਹ ਫਿਲਹਾਲ ਵੀ ਓਨੇ ਹੀ ਲੈਵਲ 'ਤੇ ਪਾਏ ਗਏ ਨੇ ਵੇਸਟ ਵਾਟਰ ਦੇ ਵਿੱਚ ਮਿਲਾਨ ਦੇ ਵਿੱਚ ਜਿੰਨੇ 2020 ਦੇ ਵਿੱਚ ਪਾਏ ਗਏ ਸੀਗੇ।
ਇਸ ਤੋਂ ਨੈਕਸਟ ਜਿਹੜੀ ਅਗਲੀ ਖਬਰ ਆ ਰਹੀ ਹੈ ਜੀ, ਉਹਦੇ ਵਿੱਚ ਬਿਆਨ ਕੀਤਾ ਜਾ ਰਿਹਾ ਹੈ ਕਿ ਇਟਲੀ ਦੇ ਸੇਰੇਨੀਓ ਏਰੀਏ ਦੇ ਵਿੱਚ ਇੱਕ ਜਗ੍ਹਾ ਦੇ ਵਿੱਚ ਜਿੱਥੇ ਇੱਕ ਨਾਈਟ ਕਲੱਬ ਕ੍ਰੀਏਟ ਕੀਤਾ ਗਿਆ ਸੀਗਾ ਜੀ ਕੁਝ ਲੋਕਾਂ ਦੇ ਵੱਲੋਂ ਅੰਡਰਗਰਾਊਂਡ, ਜਿਹਦੇ ਵਿੱਚ ਕਾਫੀ ਬੱਚੇ ਜਿਹੜੇ ਪਾਏ ਗਏ ਨੇ ਜੀ 14 ਤੋਂ ਲੈ ਕੇ 16 ਸਾਲ ਦੀ ਉਮਰ ਦੇ ਵਿੱਚ। ਲਗਭਗ 400 ਦੇ ਕਰੀਬ ਜਿਹੜੇ ਬੱਚੇ ਸੀਗੇ ਜੀ ਇਸ ਜਗ੍ਹਾ ਦੇ ਉੱਤੇ ਮੌਜੂਦ ਸੀਗੇ। ਜਿਹੜੀ ਇੱਕ ਦੱਸਿਆ ਜਾ ਰਿਹਾ ਕਿ ਇਹ ਇਲੀਗਲ ਗੈਰ ਕਾਨੂੰਨੀ ਤੌਰ ਦੇ ਉੱਤੇ ਇੱਕ ਜਿਹੜਾ ਨਾਈਟ ਕਲੱਬ ਆ ਜੀ, ਇਹਨਾਂ ਬੱਚਿਆਂ ਦੇ ਵਾਸਤੇ ਡਾਂਸ ਵਗੈਰਾ ਦੇ ਰਿਲੇਟਡ ਕੁਛ ਇਸ ਤਰ੍ਹਾਂ ਜਨਰੇਟ ਕੀਤਾ ਗਿਆ ਸੀਗਾ ਅੰਡਰਗਰਾਊਂਡ, ਜਿਹੜਾ ਕਿ ਵੈਸੇ ਇੱਕ ਬਾਰ ਦੇ ਜਿਹੜਾ ਬੈਕ ਐਂਡ ਤੇ ਸਮਾਨ ਹੁੰਦਾ ਹੈ ਜੀ, ਵੇਅਰ ਹਾਊਸ ਬੈਕ ਐਂਡ ਤੇ ਸਮਾਨ ਰੱਖਣ ਦੇ ਵਾਸਤੇ ਬਣਾਇਆ ਹੁੰਦਾ ਹੈ ਜੀ ਬਾਰ ਦੇ ਵਿੱਚ, ਪਰ ਇਹਨੂੰ ਇਹਨਾਂ ਛੋਟੇ ਬੱਚਿਆਂ ਦੇ ਵਾਸਤੇ ਇੱਕ ਨਾਈਟ ਕਲੱਬ ਦੀ ਤਰ੍ਹਾਂ ਇਲੀਗਲ ਗੈਰ ਕਾਨੂੰਨੀ ਤੌਰ ਦੇ ਉੱਤੇ ਯੂਜ਼ ਕੀਤਾ ਜਾ ਰਿਹਾ ਸੀਗਾ, ਜਿਸ ਦੇ ਵਿੱਚ ਇੱਕਦਮ ਜਦੋਂ ਛਾਪਾ ਮਾਰਿਆ ਗਿਆ ਤੇ ਲਗਭਗ 400 ਦੇ ਕਰੀਬ ਬੱਚੇ ਮੌਜੂਦ ਸੀਗੇ ਜਿਹੜੇ ਕਿ ਡਾਂਸ ਵਗੈਰਾ ਕਰ ਰਹੇ ਸੀਗੇ, ਤੇ ਨਾ ਹੀ ਉਹਨਾਂ ਨੇ ਕੋਈ ਮਾਸਕ ਵਗੈਰਾ ਲਗਾਇਆ ਸੀਗਾ, ਨਾ ਹੀ ਕੋਈ ਕੋਵਿਡ ਦੇ ਰੂਲ ਰੈਗੂਲੇਸ਼ਨਸ ਫੋਲੋ ਕੀਤੇ ਜਾ ਰਹੇ ਸੀਗੇ, ਜਿਸ ਦੇ ਕਰਕੇ ਦੱਸਿਆ ਜਾ ਰਿਹਾ ਕਿ ਜਿਹੜਾ ਇਸ ਐਕਟੀਵਿਟੀ ਨੂੰ ਚਲਾਉਂਦਾ ਸੀਗਾ ਜੀ ਮਾਲਕ ਉਹਦੇ ਉੱਤੇ ਕੇਸ ਦਰਜ ਕੀਤਾ ਗਿਆ ਹੈ। ਨਾਲ ਹੀ ਇਸ ਸਾਰੀ ਐਕਟੀਵਿਟੀ ਨੂੰ ਜਿਹੜਾ ਆਰਗੇਨਾਈਜ਼ ਕੀਤਾ ਗਿਆ ਸੀਗਾ ਜੀ ਉਹਨੂੰ ਬੰਦ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੇ ਕੋਲੋਂ 10 ਯੂਰੋ ਲਏ ਜਾਂਦੇ ਸੀਗੇ ਜੀ ਇਹਦੇ ਵਿੱਚ ਐਂਟਰੀ ਕਰਨ ਦੇ ਵਾਸਤੇ, ਤੇ ਇਹ ਅੰਡਰਗਰਾਊਂਡ ਸਾਰਾ ਕੁਝ ਬਣਾਇਆ ਗਿਆ ਸੀਗਾ। ਪਰ ਹੁਣ ਇਹ ਸਾਰਾ ਕੁਝ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਆਇਆ ਤੇ ਇਸ ਸਾਰੀ ਐਕਟੀਵਿਟੀ ਨੂੰ ਬੰਦ ਕੀਤਾ ਗਿਆ ਹੈ ਜੀ। ਸੇਰੇਨੀਓ ਏਰੀਏ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀਗਾ। ਇਸ ਤੋਂ ਨੈਕਸਟ ਜਿਹੜੀ ਅਗਲੀ ਖਬਰ ਆ ਰਹੀ ਹੈ ਜੀ, ਉਹਦੇ ਵਿੱਚ ਬਿਆਨ ਕੀਤਾ ਜਾ ਰਿਹਾ ਹੈ ਕਿ ਯੂਕੇ ਤੋਂ ਗਿਆ ਹੋਇਆ ਸੀਗਾ ਜੀ ਇੱਕ ਪਰਿਵਾਰ ਛੁੱਟੀਆਂ ਮਨਾਉਣ ਦੇ ਵਾਸਤੇ ਆਸਟ੍ਰੇਲੀਆ ਕੰਟਰੀ ਦੇ ਵਿੱਚ, ਪਰ ਉੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਹਾਦਸਾ ਵਾਪਰ ਗਿਆ ਹੈ ਜੀ। ਇਸ ਪਰਿਵਾਰ ਦੇ ਨਾਲ ਲੈਂਡ ਸਲਾਈਡਿੰਗ ਹੋ ਗਈ ਹੈ, ਜਿੱਥੇ ਇਹ ਪਹਾੜਾਂ ਦੇ ਉੱਤੇ ਘੁੰਮਣ ਵਗੈਰਾ ਦੇ ਵਾਸਤੇ ਗਈ ਹੋਈ ਸੀਗੀ ਜੀ ਫੈਮਿਲੀ ਪਰਿਵਾਰ। ਉੱਥੇ ਲੈਂਡ ਸਲਾਈਡਿੰਗ ਹੋਣ ਦੇ ਕਰਕੇ, ਜ਼ਮੀਨ ਧਸਣ ਦੇ ਕਰਕੇ ਜਿਹੜਾ ਇੱਕ ਫਾਦਰ ਆ ਜਿਹਦੀ ਉਮਰ ਦਾ ਲਗਭਗ 50 ਸਾਲ ਦੇ ਕਰੀਬ ਬਿਆਨ ਕੀਤੀ ਜਾ ਰਹੀ ਹੈ, ਇੱਕ ਉਹਦਾ ਬੇਟਾ ਜਿਹਦੀ ਉਮਰ 9 ਸਾਲ ਦੇ ਕਰੀਬ ਬਿਆਨ ਕੀਤੀ ਜਾ ਰਹੀ ਹੈ ਜੀ, ਇਹਨਾਂ ਦੋਨਾਂ ਦੀ ਮੌਤ ਹੋ ਗਈ ਹੈ ਤੇ 2 ਹੋਰ ਫੈਮਿਲੀ ਦੇ ਮੈਂਬਰ, ਇੱਕ ਔਰਤ ਤੇ ਇੱਕ ਇਹਦਾ ਹੋਰ ਜਿਹੜਾ ਬੇਟਾ ਸੀਗਾ ਜੀ ਉਹ ਕਾਫੀ ਜ਼ਖਮੀ ਬਿਆਨ ਕੀਤੇ ਜਾ ਰਹੇ ਨੇ। ਦੱਸਿਆ ਜਾ ਰਿਹਾ ਕਿ ਪਰਿਵਾਰ ਛੁੱਟੀਆਂ ਮਨਾਉਣ ਦੇ ਵਾਸਤੇ ਗਿਆ ਹੋਇਆ ਸੀਗਾ ਜੀ ਆਸਟ੍ਰੇਲੀਆ ਦੇ ਵਿੱਚ, ਵੈਸੇ ਬਿਲੋਂਗ ਕਰਦੇ ਸੀਗੇ ਜੀ ਯੂਕੇ ਨੂੰ, ਪਰ ਛੁੱਟੀਆਂ ਮਨਾਉਂਦਿਆਂ ਹੀ ਇਹ ਹਾਦਸਾ ਵਾਪਰ ਗਿਆ ਜੀ ਉੱਥੇ ਆਸਟ੍ਰੇਲੀਆ ਦੇ ਵਿੱਚ, ਜਿਸ ਦੇ ਕਰਕੇ 2 ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਹੈ ਜੀ ਤੇ 2 ਜਿਹੜੇ ਉਹ ਕਾਫੀ ਗੰਭੀਰ ਜ਼ਖਮੀ ਹੋਏ ਨੇ ਆਸਟ੍ਰੇਲੀਆ ਦੇ ਵਿੱਚ। ਇਸ ਤੋਂ ਨੈਕਸਟ ਜਿਹੜੀ ਅਗਲੀ ਅਪਡੇਟ ਹੈ ਜੀ, ਉਹਦੇ ਵਿੱਚ ਬਿਆਨ ਕੀਤਾ ਜਾ ਰਿਹਾ ਹੈ ਕਿ ਇਟਲੀ ਦੇ ਵਿੱਚ ਜਿਹੜਾ ਵੀ ਲੋਕਾਂ ਨੇ ਆਉਣਾ ਹੈ ਜੀ, ਇੰਟਰਨੈਸ਼ਨਲ ਟਰੈਵਲਰਸ ਨੇ ਜਿਹਨਾਂ ਨੇ ਵੀ ਬਾਹਰ ਦੀਆਂ ਕੰਟਰੀਜ਼ ਤੋਂ ਆਉਣਾ ਹੈ ਜੀ ਇਟਲੀ ਦੇ ਵਿੱਚ, ਫਿਲਹਾਲ ਵੀ ਉਹਨਾਂ ਨੂੰ 30 ਅਪ੍ਰੈਲ ਤੱਕ ਜਿਹੜੇ ਰੂਲ ਰੈਗੂਲੇਸ਼ਨਸ ਚੱਲਦੇ ਪਏ ਨੇ ਜੀ ਮਹਾਮਾਰੀ ਦੇ ਕਰਕੇ, ਉਹ ਸਭ ਫੋਲੋ ਕਰਨੇ ਪੈਣਗੇ। ਮਤਲਬ ਕਿ ਟੈਸਟ ਕਰਵਾਉਣਾ ਪਏਗਾ। ਅਗਰ ਕਿਸੇ ਨੇ ਵੈਕਸੀਨੇਸ਼ਨ ਦਾ ਪ੍ਰੋਸੈਸ ਨਹੀਂ ਕਰਵਾਇਆ ਹੋਇਆ ਜੀ, ਉਹਨਾਂ ਦੇ ਕੋਲ ਵੈਕਸੀਨ ਲਗਵਾਇਆ ਹੋਇਆ ਦਾ ਸਰਟੀਫਿਕੇਟ ਨਹੀਂ ਹੈਗਾ, ਜਾਂ ਜਿਹੜੇ ਲੋਕ ਇਸ ਮਹਾਮਾਰੀ ਤੋਂ ਪੀੜਤ ਰਹਿ ਚੁੱਕੇ ਨੇ, ਠੀਕ ਹੋ ਚੁੱਕੇ ਨੇ, ਉਹ ਰਿਕਵਰੀ ਸਰਟੀਫਿਕੇਟ ਹੋਣਾ ਚਾਹੀਦਾ ਹੈ। ਨਹੀਂ ਤਾਂ ਲੋਕਾਂ ਨੂੰ ਜਿਹੜਾ ਕਰੋਨਾ ਵਾਇਰਸ ਦਾ ਟੈਸਟ ਹੈ ਜੀ ਉਹ ਕਰਵਾਉਣਾ ਪਏਗਾ, ਨੈਗੇਟਿਵ ਹੋਏਗਾ ਤਾਂ ਫਿਰ ਹੀ ਜਿਹੜੇ ਲੋਕਾਂ ਦੀ ਐਂਟਰੀ ਹੈ ਜੀ ਇੱਥੇ ਇਟਲੀ ਦੇ ਵਿੱਚ ਹੋ ਸਕੇਗੀ। ਇਹ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਵੱਲੋਂ ਜਿਹੜੇ ਰੂਲ ਰੈਗੂਲੇਸ਼ਨਸ ਚੱਲਦੇ ਪਏ ਸੀਗੇ ਜੀ ਉਹਨਾਂ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ ਜੀ 30 ਅਪ੍ਰੈਲ ਤੱਕ। ਇਸ ਤੋਂ ਬਾਅਦ ਜਿੰਨੇ ਵੀ ਲੋਕਾਂ ਦੀ ਉਮਰ 6 ਸਾਲ ਜਾਂ ਇਸ ਤੋਂ ਉੱਪਰ ਆ ਉਹਨਾਂ ਨੂੰ ਮਾਸਕ ਵੀ ਪਾਉਣਾ ਪਏਗਾ ਜਦੋਂ ਉਹ ਟਰੈਵਲ ਕਰਦੇ ਨੇ ਜੀ ਕਿਸੇ ਵੀ ਪਬਲਿਕ ਟਰਾਂਸਪੋਰਟ ਮੀਡੀਅਮ ਦੇ ਥਰੂ, ਤਾਂ FFP2 ਮਾਸਕ ਜਿਹੜਾ ਪਾਉਣਾ ਹੈ ਜੀ ਲਾਜ਼ਮੀ ਹੈ ਇਟਲੀ ਦੇ ਵਿੱਚ। ਜਦੋਂ ਵੀ ਐਂਟਰੀ ਕਰਨੀ ਹੈ ਜੀ ਆਉਣਾ ਹੈ ਤੁਸੀਂ ਐਰੋਪਲੇਨ ਦੇ ਥਰੂ ਜਾਂ ਹੋਰ ਕਿਸੇ ਵੀ ਪਬਲਿਕ ਟਰਾਂਸਪੋਰਟ ਮੀਡੀਅਮ ਦੇ ਥਰੂ, ਤਾਂ ਮਾਸਕ ਦੀ ਕੰਪਲਸਰੀ ਕੰਡੀਸ਼ਨ ਚੱਲਦੀ ਪਈ ਹੈ ਜੀ 30 ਅਪ੍ਰੈਲ ਤੱਕ। ਨਾਲੇ ਬਿਆਨ ਕੀਤਾ ਜਾ ਰਿਹਾ ਹੈ ਕਿ ਯੂਰਪੀਅਨ ਡਿਜੀਟਲ ਪੈਸੇਂਜਰ ਲੋਕੇਟਰ ਫਾਰਮ ਵੀ ਫਿਲਹਾਲ ਜਿਹੜਾ ਹੈ ਜੀ ਕੰਪਲਸਰੀ ਹੈ ਜੀ ਫਿਲ ਕਰਨਾ ਇਟਲੀ ਦੇ ਵਿੱਚ ਐਂਟਰੀ ਤੋਂ ਪਹਿਲਾਂ। ਇਹ ਸਭ ਰੂਲ ਰੈਗੂਲੇਸ਼ਨਸ 30 ਅਪ੍ਰੈਲ ਤੱਕ ਸਰਕਾਰ ਦੇ ਵੱਲੋਂ ਐਕਸਟੈਂਡ ਕਰ ਦਿੱਤੇ ਗਏ ਨੇ। ਮਤਲਬ ਕਿ ਅਗਰ ਤੁਸੀਂ ਵੈਕਸੀਨੇਸ਼ਨ ਦਾ ਪ੍ਰੋਸੈਸ ਕਰਵਾਇਆ ਹੋਇਆ ਹੈ ਤਾਂ ਫਿਰ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਨਹੀਂ ਪਏਗੀ, ਪਰ ਅਗਰ ਤੁਸੀਂ ਵੈਕਸੀਨੇਸ਼ਨ ਦਾ ਪ੍ਰੋਸੈਸ ਨਹੀਂ ਕਰਵਾਇਆ ਹੋਇਆ, ਉਹ ਵਾਲੀ ਵੈਕਸੀਨ ਤੁਹਾਡੇ ਉੱਤੇ ਨਹੀਂ ਲੱਗੀ ਹੋਈ ਜਿਹਨੂੰ ਇੱਥੇ ਆਥੋਰਾਈਜ਼ ਕੀਤਾ ਗਿਆ ਹੈ ਜਾਂ ਮਾਨਤਾ ਦਿੱਤੀ ਗਈ ਹੈ ਜੀ ਇਟਲੀ ਦੇ ਵਿੱਚ, ਤਾਂ ਫਿਰ ਤੁਹਾਨੂੰ ਕਰੋਨਾ ਵਾਇਰਸ ਦਾ ਟੈਸਟ ਕਰਵਾਉਣਾ ਪਏਗਾ, ਨੈਗੇਟਿਵ ਹੋਣਾ ਚਾਹੀਦਾ, ਤੇ ਫਿਰ ਤੁਹਾਡੀ ਐਂਟਰੀ ਹੋ ਸਕੇਗੀ ਜੀ ਇੱਥੇ ਇਟਲੀ ਦੇ ਵਿੱਚ। ਤੇ ਉਸ ਤੋਂ ਬਾਅਦ ਮਾਸਕ ਵਾਲੀ ਕੰਡੀਸ਼ਨ ਵੀ ਕੰਪਲਸਰੀ ਚੱਲਦੀ ਪਈ ਹੈ ਜੀ
ਟਰਾਂਸਪੋਰਟ ਮੀਡੀਅਮਸ ਦੇ ਉੱਤੇ। ਇਸ ਤੋਂ ਨੈਕਸਟ ਦੇਖਦੇ ਹਾਂ ਜੀ ਕਰੰਸੀ ਦੀ ਵੈਲਿਊ। ਤਾਂ ਯੂਰੋ ਦੀ ਵੈਲਿਊ ਇੰਡੀਅਨ ਰੁਪਏ ਦੇ ਮੁਕਾਬਲੇ ਚੱਲਦੀ ਪਈ ਹੈ ਜੀ 82 ਰੁਪਏ 75 ਪੈਸੇ ਇੰਡੀਆ ਦੇ। ਪਾਕਿਸਤਾਨੀ ਰੁਪਏ ਦੇ ਮੁਕਾਬਲੇ 1 ਯੂਰੋ ਬਰਾਬਰ ਹੈ ਜੀ 202 ਰੁਪਏ 84 ਪੈਸੇ ਪਾਕਿਸਤਾਨ ਦੇ। 1 ਬ੍ਰਿਟਿਸ਼ ਪਾਊਂਡ ਬਰਾਬਰ ਹੈ ਜੀ 98 ਰੁਪਏ 91 ਪੈਸੇ ਇੰਡੀਆ ਦੇ। 1 ਆਸਟ੍ਰੇਲੀਅਨ ਡਾਲਰ ਬਰਾਬਰ ਹੈ ਜੀ 56 ਰੁਪਏ 86 ਪੈਸੇ ਇੰਡੀਆ ਦੇ। 1 ਕੈਨੇਡੀਅਨ ਡਾਲਰ ਬਰਾਬਰ ਹੈ ਜੀ 60 ਰੁਪਏ 41 ਪੈਸੇ ਇੰਡੀਆ ਦੇ। ਤੇ 1 ਨਿਊਜ਼ੀਲੈਂਡ ਡਾਲਰ ਬਰਾਬਰ ਹੈ ਜੀ 52 ਰੁਪਏ 41 ਪੈਸੇ ਇੰਡੀਆ ਦੇ। ਠੀਕ ਹੈ ਜੀ, ਇਹ ਸੀ ਜੀ ਫਿਰ ਕੁਝ ਖਾਸ ਖਬਰਾਂ। ਜੇ ਤੁਹਾਨੂੰ ਨਿਊਜ਼ ਕੰਟੈਂਟ ਠੀਕ ਲੱਗਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਤੇ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰੋਜ਼ ਖਬਰਾਂ ਸੁਣਨ ਦੇ ਵਾਸਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ। ਠੀਕ ਹੈ ਜੀ, ਆਪਣਾ ਤੇ ਆਪਣੇ ਘਰ ਪਰਿਵਾਰ ਦਾ ਰੱਖੋ ਜੀ ਧਿਆਨ। ਧੰਨਵਾਦ, ਸਤਿ ਸ਼੍ਰੀ ਅਕਾਲ।